अस्सलाम वालेकुम किसान वीरो उम्मीद है तुसी सारे ठीक होवोगे। ਅੱਜ ਇਸ ਵੀਡੀਓ 'ਚ ਅਸੀਂ ਗੱਲ ਕਰਨੇ ਆ ਜ਼ਮੀਨ ਦੇ ਇੱਕ ਬਹੁਤ ਵੱਡੇ ਤੇ ਇਸ ਵਕਤ ਜੋ ਕਰੰਟ ਜਿਹੜਾ ਮਸਲਾ ਚੱਲ ਰਿਹਾ ਹੈ ਉਹਦੇ ਵਿੱਚ ਇਹਦਾ ਇੱਕ ਬੜਾ ਇੱਕ ਆਪਣੀ ਜ਼ਰਾਤ ਵਿੱਚ ਬੜਾ ਇੱਕ ਅਹਿਮ ਮੁਕਾਮ ਹੈ ਤੇ ਇਹਨੂੰ ਬੜਾ ਇੱਕ ਅਹਿਮ ਮਸਲਾ ਸਮਝਿਆ ਜਾ ਰਿਹਾ ਹੈ। ਉਹ ਹੈ ਜ਼ਮੀਨ ਦਾ ਬੁਖਾਰ, ਜਿਹਨੂੰ ਅਸੀਂ ਜਾਂ ਤੁਸੀਂ ਵੀ ਸਾਇੰਸ ਜ਼ੁਬਾਨ ਜਿਹੜਾ ਹੈ ਉਹ ਸੋਇਲ ਦਾ ਪੀਐਚ ਕਹਿੰਦੇ ਆ। बेसिकली ਅੱਜ ਦੀ ਵੀਡੀਓ ਵਿੱਚ ਆਪਾਂ ਜਾਣਾਂਗੇ ਕਿ ਸੋਇਲ ਪੀਐਚ ਜਾਂ ਜ਼ਮੀਨ ਦਾ ਬੁਖਾਰ ਉਹ ਹੈ ਕੀ ਤੇ ਇੱਕ ਆਪਣੀ ਆਈਡੀਅਲ ਜ਼ਮੀਨ ਵਾਸਤੇ ਉਹ ਕਿੰਨਾ ਹੋਣਾ ਚਾਹੀਦਾ ਹੈ ਤੇ ਤਾਂ ਕਿ ਜੋ ਆਪਣਾ ਪੌਦਾ ਹੈ ਉਹ ਉਸ ਪੀਐਚ ਦੇ ਦੌਰਾਨ ਜੋ ਹੈ ਉਹ ਸਰਵਾਈਵ ਕਰ ਸਕੇ ਤੇ ਅੱਛੀ ਪੈਦਾਵਾਰ ਹਾਸਲ ਕਰ ਸਕੇ। ਇਹ ਸਾਰੇ ਜਿਹੜੇ ਇਸ਼ੂ ਹੈ ਖਾਸ ਤੌਰ ਤੇ ਇਹਦਾ ਜਿਹੜਾ ਆਪਣਾ ਅੱਜ ਦਾ ਟੌਪਿਕ ਹੋਵੇਗਾ ਕਿ ਜ਼ਮੀਨ ਦਾ ਬੁਖਾਰ, ਉਹਦੇ ਤੇ ਗੱਲ ਕਰਨ ਵਾਸਤੇ ਸਾਡੇ ਨਾਲ ਮੌਜੂਦ ਨੇ ਸਈਦ ਸਾਹਿਬ जो कि साहिबान इंटरनेशनल के टैटरी मैनेजर ने हवाई लखा अपनी ड्यूटी सर अंजाम दे रहे हैं। इन्हों को आप मजीद अगे वीडियो चल के इन्हों के बारे पूछांगे। इस तो इलावा ये आपू एक अज प्रैक्टिकली करके दिखाएंगे कि एक जी रवायती खाद है जिस तरह DAP नाइट्रोफास है उनकी PH कितनी है तो वह अपनी जमीन वास्ते किन्ने अहम ने। तो उस तो इलावा अजकल मार्केट एक दो चार जो नवे प्रोडक्ट्स चल रहे हैं जिस तरह 1744 हो गया, 1261 हो गया, ਉਹ ਕੀ ਚੀਜ਼ਾਂ ਹੈਗੀਆਂ ਨੇ ਤੇ ਉਹਨਾਂ ਦਾ ਕੀ ਫਾਇਦਾ ਹੈ। ਕਿਉਂਕਿ ਅੱਜ ਕੱਲ ਤੁਸੀਂ ਦੇਖਦੇ ਹੋਗੇ ਕਿ ਤੁਸੀਂ ਜਿਸਲੇ ਵੀ ਮਾਰਕੀਟ ਦੇ ਵਿੱਚ ਜਾਂਦੇ ਜੇ ਜਾਂ ਕੰਪਨੀ ਦੇ ਨੁਮਾਇੰਦੇ ਤੁਹਾਡੇ ਕੋਲ ਮੁxtਲਿਫ ਆਉਂਦੇ ਨੇ ਤੇ ਉਹ ਦੋਨੋਂ ਜ਼ਮੀਨ ਦੀ ਪੀਐਚ ਤੇ ਜ਼ਮੀਨ ਦੇ ਬੁਖਾਰ ਤੇ ਜੀ ਲੈਕਚਰ ਦਿੰਦੇ ਹੋ ਸੰਦੇ ਕਿ ਤੁਸੀਂ ਸਾਡਾ ਐਨੀ ਆਪਣੀ ਜ਼ਮੀਨ ਦੀ ਪੀਐਚ ਹੈਗੀ ਹੈ, ਤੁਸੀਂ ਜੀ ਉਹਨੂੰ ਕੰਮ ਕਰਨ ਵਾਸਤੇ ਸਾਡਾ ਇਹ ਪ੍ਰੋਡਕਟ ਇਸਤੇਮਾਲ ਕਰੋ, ਇਹ ਕਰੋ। ਕਿਆ ਆਇਆ ਉਹ ਠੀਕ ਕਹਿੰਦੇ ਨੇ ਕਿ ਉਹ ਕਿੰਨੀ ਸਦਾਕਤ ਹੈ ਇਸ ਗੱਲ ਵਿੱਚ ਤੇ ਉਹ ਕਿੰਨਾ ਆਪਣੀ ਜ਼ਮੀਨ ਵਾਸਤੇ ਫਾਇਦਾਮੰਦ ਹੈ। ਇਹ ਸਾਰੇ ਇਸ਼ੂ ਨਾਲ ਗੱਲ ਕਰਨ ਵਾਸਤੇ ਆਪਾਂ ਆਦੇ ਮਹਿਮਾਨ ਨੂੰ ਮੁਖਾਤਬ ਕਰਨੇ ਆ ਤਾਂ ਕਿ ਉਹ ਦੋਨੋਂ ਮਜ਼ੀਦ ਟਾਈਮ ਨਾ ਜ਼ਾਇਆ ਕਰਦੇ ਹੋਏ ਗਾਈਡ ਕਰ ਸਕਣ। ਜੀ ਸਹੀ ਸਾਹਿਬ, ਬਹੁਤ ਸ਼ੁਕਰੀਆ ਅਬਦੁਲ ਵਹਾਬ ਸਾਹਿਬ। ਤੁਸੀਂ ਗੱਲ ਕਰ ਰਹੇ ਨੇ ਜ਼ਮੀਨ ਪੀਐਚ ਦੀ। ਜੀ ਬੇਸਿਕਲੀ ਸਾਨੂੰ ਇਹ ਪਤਾ ਹੀ ਨਹੀਂ ਹੈ ਕਿ ਜ਼ਮੀਨ ਦਾ ਬੁਖਾਰ ਕੀ ਹੁੰਦਾ ਹੈ ਤੇ ਪੀਐਚ ਕੀ ਹੁੰਦੀ, ਆਪਣੇ ਕਿਸਾਨਾਂ ਨੂੰ ਨਹੀਂ ਪਤਾ क्योंकि आपने किसाना ने आज तक चेक ही नहीं किया कि जमीन दी पीएच या जमीन का बुखार है की चीज़। जी जमीन का पीएच या जमीन का बुखार जिन्होंने आप कहने हैं जिवें तुसीं गल करते पे ने, अगर इहदे बारे असीं गल करिए तो जिहड़ी अपनी जमीन अच्छी हुंदी है जिन्होंने आप अच्छी जमीन कहने हैं उनकी पीएच 6 तो 7 के दरम्यान होनी चाहिए। ठीक हो गया। अगर जमीन की पीएच 6 तो 7 के दरम्यान हो तो फिर ही पौधे च एबिलिटी होंगी है, सलाहियत होंगी है कि जिन्नी भी आप खुराक पाने हैं वो लै सके। हुण असीं गल करने हैं कि अपनी जमीनों की पीएच कितनी है, अज तक चेक ही नहीं किया किसी ने। अगर असीं जमीनों की आदि पीएच चेक करिए तो अपनी जमीनों की पीएच 9 तो उत्ते चली गई है। 8.5 तो 9 के दरम्यान इस टाइम अपनी जमीनों की पीएच है। अच्छा, ਇਹ ਇੰਦੀ ਤੁਸੀਂ ਨਾਲ ਸਾਡੇ ਦੋਸਤਾਂ ਨੂੰ ਵੀ ਦੱਸ ਦਿਓ ਉਹਦੀ ਵਜੂਹਾਤ ਕੀ ਨੇ ਆਪਣੀ ਪੀਐਚ ਇੰਨੀ ਜ਼ਿਆਦਾ ਜਾਣ ਦੀ। ਉਹਦੀ ਵਜੂਹਾਤ ਇਹ ਨੇ ਕਿ ਆਪਾਂ ਅੱਜ ਤੱਕ ਆਪਣੀਆਂ ਰਵਾਇਤੀ ਖਾਦਾਂ ਇਸਤੇਮਾਲ ਕੀਤੀਆਂ ਨੇ। ਠੀਕ ਹੋ ਗਿਆ। ਜਿਵੇਂ ਆਪਾਂ DAP ਇਸਤੇਮਾਲ ਕਰਨੇ ਆ ਜੀ, ਕਿਸੇ ਨੇ ਅੱਜ ਤੱਕ DAP ਦੀ ਪੀਐਚ ਚੈੱਕ ਕੀਤੀ ਹੈ ਕਿ ਉਹਦਾ ਬੁਖਾਰ ਕਿੰਨਾ ਹੈ, ਉਹਦੀ ਪੀਐਚ ਕਿੰਨੀ ਹੈ, ਕਿਸੇ ਚੈੱਕ ਕੀਤੀ ਹੈ? ਨਹੀਂ, ਮੈਨੂੰ ਨਹੀਂ ਲੱਗਦਾ ਕਿ ਸਾਡੇ ਜਿਹੜੇ ਕਿਸਾਨ ਵੀਰ ਨੇ ਉਹਨਾਂ ਕਦੇ ਵੀ ਕੋਈ ਇਸ ਤਰ੍ਹਾਂ ਦੀ ਲੈਬੋਰੇਟਰੀ ਕਰਾਈ ਹੋਵੇ ਜਾਂ फर्टिलाइजर ਦੇ ਆਦि ਜਿਹੜੀ ਖਾਦਾਂ ਪਾਉਂਦੇ ਨੇ ਉਹਨਾਂ ਮੁਤਲਕ ਜਾਂ ਆਦੀ ਜ਼ਮੀਨ ਦਾ ਕਰਵਾਇਆ ਹੋਵੇ। ਸਹੀ ਕਹਿ ਰਹੇ ਨੇ ਤੁਸੀਂ ਕਿ ਆਪਾਂ ਚੈੱਕ ਹੀ ਨਹੀਂ ਕੀਤੇ ਕਿ ਆਪਾਂ ਜਿਹੜੀਆਂ ਖਾਦਾਂ ਇਸਤੇਮਾਲ ਕਰਦੇ ਪਏ ਆ ਕਿ ਆਪਣੀਆਂ ਜ਼ਮੀਨਾਂ ਵਾਸਤੇ ਠੀਕ ਵੀ ਨੇ ਕਿ ਨਹੀਂ। ਠੀਕ ਹੈ। ਬੇਸਿਕਲੀ ਆਪਾਂ ਆਦੀਆਂ ਜ਼ਮੀਨਾਂ ਨੂੰ ਬੰਜਰ ਦੀ ਤਰਫ ਲੈ ਜਾਂਦੇ ਪਏ ਆ। ਬੰਜਰ ਕਿਉਂ ਮੈਂ ਕਹਿ ਰਿਹਾ, ਕਿਉਂਕਿ ਆਪਣੀਆਂ ਜ਼ਮੀਨਾਂ ਦੀ ਪੀਐਚ ਬੁਖਾਰ 9 ਤੱਕ ਚਲਾ ਗਿਆ ਹੈ, ਬੰਜਰ ਦੀ ਤਰਫ ਜਾ ਰਹੀਆਂ ਨੇ। ਉਹਨਾਂ ਨੂੰ ਆਪਾਂ ਖੁਦ ਖਰਾਬ ਕਰ ਰਹੇ ਹਾਂ ਖਾਦਾਂ ਇਸਤੇਮਾਲ ਕਰਦੇ। ਉਹ ਖਾਦਾਂ ਜਿਹੜੀਆਂ ਜ਼ਮੀਨ ਦੀ ਪੀਐਚ ਜ਼ਮੀਨ ਦਾ ਬੁਖਾਰ ਵਧਾਉਂਦੀਆਂ ਨੇ। ਠੀਕ ਹੋ ਗਿਆ। ਅਗਰ ਅਸੀਂ DAP ਦੀ ਗੱਲ ਕਰੀਏ, ਇਹ ਰਵਾਇਤੀ ਖਾਦ ਹੈ, ਹਰ ਫਸਲ ਦੇ ਵਿੱਚ ਫਾਰਮਰ ਇਹਨੂੰ ਇਸਤੇਮਾਲ ਕਰਦਾ ਹੈ। ਜੀ, ਤੁਹਾਨੂੰ ਵੀ ਪਤਾ ਹੋਵੇਗਾ ਕਿ ਹਰ ਫਸਲ ਦੇ ਵਿੱਚ DAP ਇਸਤੇਮਾਲ ਹੁੰਦੀ ਹੈ। ਤਕਰੀਬਨ ਇੱਕ ਅਗਰ ਪਰ ਅੰਦਾਜ਼ਾ ਵੇਖੀ ਕਿਸਾਨ ਦੋਸਤਾਂ ਨੂੰ ਵੀ ਬੜਾ ਬਿਹਤਰ ਸਮਝਣਗੇ ਕਿ ਸਭ ਨਾਲ ਜ਼ਿਆਦਾ ਖਾਦਾਂ ਚ ਯੂਰੀਆ ਇਸਤੇਮਾਲ ਹੁੰਦੀ ਜਾਂ ਉਸ ਤੋਂ ਬਾਅਦ DAP ਆਪਣੀ DAP ਇਸਤੇਮਾਲ ਹੁੰਦੀ ਹੈ। अगर असी DAP की पीएच की गल करिए तो DAP की पीएच 8 तो 9 के दरम्यान है, 8.5 कह सकते हैं। ठीक हो गया। अगर 8.5 वाली पीएच वाली बुखार वाली DAP अगर आप जमीनों के पावांगे तो क्या जमीनों की पीएच थले आवेगी? जमीनों की पीएच उत्ते जाएगी, उन्हें 9 तरफ ही जाना है।
ਤੇ ਅਗਰ ਜ਼ਮੀਨਾਂ ਦੀ ਪੀਐਚ ਜ਼ਿਆਦਾ ਹੋਵੇਗੀ ਤੇ ਕਿਸ ਤਰ੍ਹਾਂ ਆਪਾਂ ਐਕਸਪੈਕਟ ਕਰ ਸਕਦੇ ਆ ਕਿ ਆਪਣੀਆਂ ਫਸਲਾਂ ਦੀ ਪੈਦਾਵਾਰ ਜਿਹੜੀ ਹੈ ਉਹ ਅੱਛੀ ਆ ਸਕੇ। ਕਿਉਂਕਿ ਪਹਿਲੇ ਮੈਂ ਗੱਲ ਕੀਤੀ ਹੈ ਕਿ ਅਗਰ ਜ਼ਮੀਨਾਂ ਦੀ ਪੀਐਚ 6 ਤੋਂ 7 ਦੇ ਦਰਮਿਆਨ ਹੋਵੇ ਤੇ ਪੌਦੇ 'ਚ ਸਲਾਹੀਅਤ ਹੁੰਦੀ ਹੈ ਕਿ ਉਹ ਸਾਰੀ ਖੁਰਾਕ ਲੈ ਸਕਦਾ ਹੈ। ਹੁਣ ਆਪਾਂ ਡੀਏਪੀ ਦੀ ਗੱਲ ਕਰੀਏ, ਅੱਜ ਦੋਨੋਂ ਅਸੀਂ ਲਾਈਵ ਪ੍ਰੈਕਟੀਕਲ ਵੀ ਕਰਦੇ ਵਿਖਾਵਾਂਗੇ ਡੀਏਪੀ ਦਾ, ਕਿਉਂਕਿ ਮੁਤਬਾਦਲ ਤੁਸੀਂ ਇੱਕ ਗੱਲ ਕੀਤੀ ਜਿਹੜੇ ਮਾਰਕੀਟ ਦੇ ਵਿੱਚ ਅੱਜ ਕੱਲ ਨਵੇਂ ਪ੍ਰੋਡਕਟਸ ਜਿਹੜੇ ਚੱਲ ਰਹੇ ਨੇ ਤਜ਼ਾਬੀ ਖਾਦਾਂ ਚੱਲ ਤਜ਼ਾਬੀ ਰਹੀਆਂ ਨੇ, ਐਸਿਡਿਕ 1744 ਹੋ ਗਿਆ, 1261 ਹੋ ਗਿਆ, ਉਹਨਾਂ ਦਾ ਕੰਪੇਅਰ ਕਰਕੇ ਅੱਜ ਤੁਹਾਨੂੰ ਲਾਈਵ ਪ੍ਰੈਕਟੀਕਲ ਪੀਐਚ ਕਰਕੇ ਦਿਖਾਵਾਂਗੇ ਜੀ। ਠੀਕ ਹੋ ਗਿਆ। ਅਗਰ ਅਸੀਂ ਡੀਏਪੀ ਦੀ ਪੀਐਚ ਦੀ ਗੱਲ ਕਰੀਏ ਤੇ ਡੀਏਪੀ ਦੀ ਪੀਐਚ 8 ਤੋਂ 9 ਦੇ ਦਰਮਿਆਨ ਹੈ। ਹੁਣ ਅਸੀਂ ਇਹਨੂੰ ਅੱਜ ਅਸੀਂ ਇੱਥੇ ਦੋਨੋਂ ਲਾਈਵ ਪ੍ਰੈਕਟੀਕਲ ਕਰਕੇ ਵਿਖਾਵਾਂਗੇ ਕਿ ਡੀਏਪੀ ਦੀ ਪੀਐਚ ਕਿੰਨੀ ਹੁੰਦੀ ਹੈ ਤੇ ਯੂਰੀਆ ਫਾਸਫੇਟ ਦੀ ਪੀਐਚ ਕਿੰਨੀ ਹੁੰਦੀ, ਜਿਹੜੀ ਆਪਾਂ ਤੁਸੀਂ ਗੱਲ ਕੀਤੀ 1744 1261, ਜਾਂ ਉਹ ਜ਼ਮੀਨਾਂ ਵਾਸਤੇ ਅੱਛੀਆਂ ਨੇ ਜਾਂ ਜਿਹੜੀ ਆਪਾਂ ਡੀਏਪੀ ਪਾਣੇ ਉਹ ਅੱਛੀ ਹੈ। ਠੀਕ ਹੋ ਗਿਆ। ਜੇ ਆਪਾਂ ਲਾਈਵ ਪ੍ਰੈਕਟੀਕਲ ਕਰਨੇ ਆ, ਆ ਸਾਡੇ ਕੋਲ ਡੀਏਪੀ ਹੈ। ਠੀਕ ਹੈ। ਮਾਰਕੀਟ ਦੇ ਵਿੱਚ ਡਾਈ ਅਮੋਨੀਅਮ ਫਾਸਫੇਟ ਜਿਹੜੀ ਆਪਾਂ ਇਸਤੇਮਾਲ ਹੋ ਰਹੀ ਹੈ, ਠੀਕ 1846 ਦਾ ਫਾਰਮੂਲਾ ਜਿਹੜਾ ਆ ਰਿਹਾ, 1846 ਦਾ ਫਾਰਮੂਲਾ ਜਿਹੜਾ ਆਉਂਦਾ ਹੈ, ਇਹ ਆਪਣੇ ਕੋਲ ਡੀਏਪੀ ਆ। ਆਪਾਂ ਇਹਨੂੰ ਹੱਲ ਕਰਨੇ ਆ ਠੀਕ ਹੋ ਗਿਆ। ਤੇ ਇਹਦੀ ਆਪਾਂ ਪੀਐਚ ਚੈੱਕ ਕਰਨੇ ਆ, ਦੋਨੋਂ ਲਾਈਵ ਚੈੱਕ ਕਰਦੇ ਵਿਖਾਣਾ ਕਿ ਕਿਉਂਕਿ ਕਿਸੇ ਵੀ ਅੱਜ ਤੱਕ ਆਪਣੇ ਕਿਸਾਨਾਂ ਤੇ ਕੀਤੀ ਨਹੀਂ ਹੋਣੀ ਇਹਦੀ ਪੀਐਚ ਕੇ ਆਪਾਂ ਜਿਹੜੀਆਂ ਖਾਦਾਂ ਇਸਤੇਮਾਲ ਕਰ ਰਹੇ ਹਾਂ ਉਹਦੀ ਪੀਐਚ ਕਿੰਨੀ। ਅਗਰ ਇਹਦੀ ਅਸੀਂ ਪੀਐਚ ਚੈੱਕ ਕਰਨੇ ਆ, ਇਹ ਆਪਣੇ ਕੋਲ ਇਹ ਆਪਾਂ ਕਿਸ ਚੀਜ਼ ਨਾਲ ਚੈੱਕ ਕਰਾਂਗੇ? ਲਿਟਮਸ ਪੇਪਰ ਹੈ ਆਪਣੇ ਕੋਲ। ਠੀਕ ਹੈ। ਫॉर ਐਗਜ਼ਾਮਪਲ ਆਪਾਂ ਮਿਸਾਲ ਦੇ ਤੌਰ ਤੇ ਕਿਸੇ ਵੀ ਡਾਕਟਰ ਕੋਲ ਜਾਂਦੇ ਆ ਤੇ ਉਹ ਆਪਾਂ ਬੁਖਾਰ ਹੋਵੇ ਤਾਂ ਥਰਮਾਮੀਟਰ ਲਾਉਂਦਾ ਹੈ, ਆਪਣਾ ਬੁਖਾਰ ਚੈੱਕ ਕਰਦਾ। ਅਗਰ ਇਹਦਾ ਬੁਖਾਰ ਚੈੱਕ ਕਰਨਾ ਹੈ ਖਾਦ ਦਾ ਤੇ ਉਹਦੇ ਵਾਸਤੇ ਆਪਾਂ ਲਿਟਮਸ ਪੇਪਰ ਇਸਤੇਮਾਲ ਕਰਾਂਗੇ। ਇਹ ਵੀ ਇੱਕ ਤਰ੍ਹਾਂ ਦਾ ਹੱਲ ਹੈ। ਠੀਕ ਹੈ। ਇਹ ਮਤਲਬ ਆਪਾਂ ਨੂੰ ਇੱਕ ਆਈਡੀਆ ਦੇ ਦੇਗਾ, ਐਗਜ਼ੈਕਟ ਨਾ ਵੀ ਦੱਸੇਗਾ ਤਾਂ ਇਹਦੀ ਪੀਐਚ ਕਿੰਨੀ ਹੈ। ਆ ਮੈਂ ਇੱਕ ਪੇਪਰ ਤੋੜਾ ਹੈ, ਇਹਦੇ ਤੇ ਆ ਤੁਹਾਨੂੰ ਨਜ਼ਰ ਆ ਰਹੇ ਹੋਣਗੇ ਸਕੇਲ ਬਣੇ ਪੀਐਚ ਦੇ ਜਿਹੜੇ ਹੈ ਜ਼ਮੀਨ ਦੇ ਬੁਖਾਰ ਵਾਸਤੇ ਸਕੇਲ ਦੀ ਮੈਜ਼ਰਮੈਂਟ ਵਾਸਤੇ ਦਿੱਤੇ ਗਏ ਨੇ ਜੀ। ਐਨੀ ਮਤਲਬ ਕਲਰ ਤੇ ਇੱਕ ਪੀਐਚ ਹੈ, ਫਲਾਂ ਕਲਰ ਤੇ ਫਲਾਂ ਪੀਐਚ ਹੈ, ਫਲਾਂ ਕਲਰ ਤੇ ਫਲਾਂ ਪੀਐਚ। ਠੀਕ ਹੈ। ਹੁਣ ਅਸੀਂ ਇਹਨੂੰ ਚੈੱਕ ਕਰਨੇ ਆ। ਅਗਰ ਅਸੀਂ ਡਿਪ ਕਰੀਏ ਇਹਦੇ ਵਿੱਚ ਇਹ ਡੀਏਪੀ ਦੇ ਚੈੱਕ ਕਰਨ ਵਾਸਤੇ ਤੁਸੀਂ ਦੇਖ ਸਕਦੇ ਨੇ ਕਿ ਇਹਦੀ ਪੀਐਚ 8 ਤੋਂ 9 ਦੇ ਦਰਮਿਆਨ ਹੈ। ਨਜ਼ਰ ਆ ਰਹੀ ਜੀ ਜੀ। ਤੁਸੀਂ ਦੇਖ ਰਹੇ ਹੋਗੇ ਕਿ ਇਸ ਟਾਈਮ ਜਿਹੜਾ ਲਿਟਮਸ ਪੇਪਰ ਤੇ ਸ਼ੋ ਹੋਈ ਹੈ ਉਹ 8 ਤੋਂ 9 ਦੇ ਦਰਮਿਆਨ ਜਿਹੜਾ ਹੈ ਕਲਰ ਹੈ ਉਹ ਸ਼ੋ ਹੋ ਰਿਹਾ ਹੈ। ਅਗਰ ਆਪਾਂ ਯੂਰੀਆ ਫਾਸਫੇਟ ਦੀ ਗੱਲ ਕਰੀਏ 1744 ਦੀ ਤੇ ਕਿਆ ਇਹਦੀ ਪੀਐਚ 8 ਆਵੇਗੀ ਜਾਂ ਜ਼ਿਆਦਾ ਆਵੇਗੀ? ਹਾਂ, ਇਹਦੀ ਮਤਲਬ ਪੀਐਚ ਕਿੰਨੀ ਆਏਗੀ ਲਾਈਵ ਕਰਦੇ ਵਿਖਾਣੇ ਆ। ਸਾਡੇ ਕੋਲ ਯੂਰੀਆ ਫਾਸਫੇਟ ਆ ਗਿਆ 1744। ਇਹਨੂੰ ਅਸੀਂ ਹੱਲ ਕਰਾਂਗੇ ਤੇ ਅਗਰ ਇਹਦੀ ਪੀਐਚ ਦੀ ਗੱਲ ਕੀਤੀ ਜਾਵੇ ਤੇ ਇਹਦੀ ਵੀ ਪੀਐਚ ਤੁਹਾਨੂੰ ਚੈੱਕ ਕਰਾਣੇ ਆ ਬਾਬ ਸਾਹਿਬ ਜੀ ਜੀ ਕਿ ਇਹਦੀ ਪੀਐਚ ਕਿੰਨੀ ਹੈ। ਆ ਤੁਸੀਂ ਵੇਖਦੇ ਪਏ ਹੋ ਤੇ ਇਹਦੀ ਪੀਐਚ 1 ਤੋਂ 2 ਦੇ ਦਰਮਿਆਨ ਹੈ ਜੀ। ਇਹ ਤੁਸੀਂ ਨਾਲ ਦੇਖ ਰਹੇ ਹੋਗੇ ਕਿ ਕਿੰਨਾ ਕੰਪੈਰੀਜ਼ਨ ਮਤਲਬ ਕਿੰਨਾ ਫਰਕ ਆਪਾਂ ਨੂੰ ਨਜ਼ਰ ਆ ਰਿਹਾ ਵਾਜ਼ਿਆ। ਇੱਕ ਅੰਦਾਜ਼ੇ ਮੁਤਾਬਿਕ ਆਪਾਂ ਲਿਟਮਸ ਪੇਪਰ ਤੇ ਚੈੱਕ ਕਰੀਏ ਡੀਏਪੀ ਜਿਹੜਾ ਹੈ ਉਹ ਅਸੀਂ ਚੈੱਕ ਕੀਤੀ ਹੈ ਉਹ 8 ਤੋਂ 9 ਦੇ ਰਾਉਂਡ ਤਾਂ ਨਜ਼ਰ ਆਈ ਹੈ ਤੇ ਉਹਦੇ ਮੁਕਾਬਲੇ ਅਗਰ 1744 ਦੀ ਅਸੀਂ ਚੈੱਕ ਕੀਤੀ ਹੈ ਤੇ ਉਹ ਜਿਹੜੀ ਹੈ ਉਹ 1 ਤੋਂ 3 ਦੇ ਦਰਮਿਆਨ ਆ ਰਹੀ ਹੈਗੀ ਹੈ। 1 ਤੋਂ 2 ਦੇ ਦਰਮਿਆਨ ਇਹਦੀ 1 ਪੁਆਇੰਟ ਤੋਂ ਲੈ ਤੇ 1.9 ਤੱਕ ਹੁੰਦੀ ਹੈ। ਠੀਕ ਹੋ ਗਿਆ। ਅਗਰ ਅਸੀਂ ਆਪਣੀ ਜ਼ਮੀਨਾਂ ਦੀ ਗੱਲ ਕਰੀਏ ਤਾਂ ਆਪਣੀ ਜ਼ਮੀਨਾਂ ਦੀ ਪੀਐਚ 8 ਤੇ 9 ਦੇ ਦਰਮਿਆਨ ਹੈ ਜੀ। ਠੀਕ ਹੋ ਗਿਆ ਜੀ। ਅਗਰ 8-9 ਵਾਲੀਆਂ ਜ਼ਮੀਨਾਂ ਫॉर ਐਗਜ਼ਾਮਪਲ ਮਿਸਾਲ ਦੇ ਤੌਰ ਤੇ ਸਾਡੀ ਆ 8-9 ਵਾਲੀ ਜ਼ਮੀਨ ਹੈ ਜੀ। ਹਾਂ, ਮਤਲਬ ਜਿਹੜੀ ਪਹਿਲੇ ਹੀ ਇੰਨੀ ਹੈ ਇਹਦੇ ਚ ਆਪਾਂ ਉਹ ਖਾਦਾ ਇਸਤੇਮਾਲ ਕਰਕੇ ਯੂਰੀਆ ਫਾਸਫੇਟ ਇਹਦੇ ਚ ਇਸਤੇਮਾਲ ਕਰਨੇ ਆ। ਯੂਰੀਆ ਫਾਸਫੇਟ ਇਹ ਆਪਾਂ ਪਾਇਆ ਯੂਰੀਆ ਫਾਸਫੇਟ, ਉਸ ਤੋਂ ਬਾਅਦ ਆਪਣੀ ਜ਼ਮੀਨ ਦਾ ਜਿਹੜਾ ਬੁਖਾਰ ਹੈ ਉਹ ਕਿੱਥੇ ਆਉਂਦਾ ਹੈ ਉਹ ਚੈੱਕ ਕਰਕੇ ਤੁਹਾਨੂੰ ਦਿਖਾਣੇ ਆ ਕਿ ਉਹਦਾ ਬੁਖਾਰ ਕਿੱਥੇ ਆਉਂਦਾ ਹੈ। ਲਓ ਜੀ, ਆ ਤੁਸੀਂ ਚੈੱਕ ਕਰ ਸਕਦੇ ਨੇ 3 ਤੇ 4 ਦੇ ਦਰਮਿਆਨ। ਠੀਕ ਹੋ ਗਿਆ, ਨਜ਼ਰ ਆ ਰਿਹਾ ਹੈ ਜੀ। 3 ਤੇ 4 ਦੇ ਦਰਮਿਆਨ ਜ਼ਮੀਨ ਦਾ ਬੁਖਾਰ ਆ ਗਿਆ। ਤੇ ਹੁਣ ਅਗਰ ਆਪਾਂ ਯੂਰੀਆ ਫਾਸਫੇਟ ਤੇਜ਼ਾਬੀ ਖਾਦਾਂ ਇਸਤੇਮਾਲ ਕਰਾਂਗੇ ਤੇ ਫਿਰ ਹੀ ਜ਼ਮੀਨ ਦੀ ਪੀਐਚ ਜ਼ਮੀਨ ਦਾ ਬੁਖਾਰ ਡਾਊਨ ਹੋਵੇਗਾ। ਆਪਣੀਆਂ ਜਿਹੜੀਆਂ ਆਪਣੇ ਫਸਲ ਹੈ ਜੋ ਵੀ ਫਸਲ ਹੈ
ਉਹ ਅੱਛੀ ਖੁਰਾਕ ਲੈ ਸਕਦੀ ਹੈ। ਜਿੰਨੀ ਵੀ ਆਪਾਂ ਖੁਰਾਕ ਦੇਵਾਂਗੇ ਉਹ ਪੌਦਾ ਆਸਾਨੀ ਨਾਲ ਉਹਨੂੰ ਅਵੇਲ ਕਰ ਸਕੇਗਾ, ਆਸਾਨੀ ਨਾਲ ਅਬਜ਼ੌਰਬ ਕਰੇਗਾ, ਤਾਂ ਕਿ ਫਸਲ ਦੀ ਗਰੋਥ ਜਿਹੜੀ ਹੈ ਉਹ ਬਿਹਤਰ ਹੋਵੇ ਤੇ ਪੈਦਾਵਾਰ ਅੱਛੀ ਆਵੇ। ਅਗਰ ਆਪਾਂ ਡੀਏਪੀ ਇਸਤੇਮਾਲ ਕਰਦੇ ਜਾਵਾਂਗੇ, ਇੱਕ ਤਾਂ ਆਪਣੀਆਂ ਜ਼ਮੀਨਾਂ ਬੰਜਰ ਹੁੰਦੀਆਂ ਜਾਣਗੀਆਂ, ਦੂਸਰੀ ਆਪਣੀ ਪੈਦਾਵਾਰ ਅੱਛੀ ਨਹੀਂ ਆਉਂਦੀ। ਇੱਕ ਵਾਰੀ ਆਪਾਂ ਇੱਕ ਬੋਰੀ ਇਸਤੇਮਾਲ ਕੀਤੀ, ਦੂਸਰੀ ਵਾਰੀ ਆਪਾਂ 2 ਬੋਰੀ, ਤੀਸਰੀ ਵਾਰੀ 3 ਬੋਰੀਆਂ ਕਰਾਂਗੇ ਤੇ ਫਿਰ ਜਾ ਕੇ ਪੈਦਾਵਾਰ ਆਵੇਗੀ। ਅਗਰ ਆਪਾਂ ਐਸੇ ਰੂਟੀਨ ਤੇ ਰਹਿ ਤੇ ਆਪਣੀਆਂ ਜ਼ਮੀਨਾਂ ਫੁੱਲ ਬੰਜਰ ਹੋ ਜਾਣ। ਅਗਰ ਆਪਾਂ ਜ਼ਮੀਨਾਂ ਨੂੰ ਆਬਾਦ ਕਰਨਾ ਚਾਹੁੰਦੇ ਹਾਂ ਤੇ ਆਪਾਂ ਨੂੰ ਅਸਾਸੀ ਖਾਦਾਂ ਦੀ ਬਜਾਏ ਆਪਾਂ ਨੂੰ ਤੇਜ਼ਾਬੀ ਖਾਦਾਂ ਇਸਤੇਮਾਲ ਕਰਨੀਆਂ ਚਾਹੀਦੀਆਂ। ਥੋੜਾ ਕਹਿਣ ਦਾ ਮਤਲਬ ਹੈ ਕਿ ਸਾਡੇ ਕਿਸਾਨ ਵੀਰਾਂ ਨੂੰ ਆਪਣੇ ਜਿਹੜੇ ਰਵਾਇਤੀ ਖਾਦਾਂ ਨੇ ਉਹਨਾਂ ਤੋਂ ਹਟ ਕੇ ਜਿਹੜੇ ਜਦੀਦ ਖਾਦਾਂ ਆ ਰਹੀਆਂ ਨੇ ਉਹਨਾਂ ਦੇ ਤਰਫ ਜਾਣਾ ਚਾਹੀਦਾ। ਲੇਕਿਨ ਇੱਥੇ ਸਾਡੇ ਕਿਸਾਨ ਵੀਰਾਂ ਦਾ ਇੱਕ ਸਵਾਲ ਆਉਂਦਾ ਹੈ ਕਿ ਕਿਉਂਕਿ ਇਹ ਆਪਾਂ ਪ੍ਰੈਕਟੀਕਲ ਜਿਹੜੀ ਥੋੜੀ ਚੀਜ਼ਾਂ ਨੇ ਉਹ ਹੁੰਦੀਆਂ ਨੇ ਹਟ ਕੇ, ਹੁਣ ਇੱਥੇ ਤਾਂ ਇਹਦਾ ਪਾਣੀ ਵਿੱਚ ਇਸ ਤਰ੍ਹਾਂ ਦਾ ਥੋੜਾ ਆਇਆ, ਲੇਕਿਨ ਅਗਰ ਜ਼ਮੀਨ ਵਿੱਚ ਇਸਤੇਮਾਲ ਕਰਾਂਗੇ ਕਿਆ ਆਇਆ ਉਹ ਲੌਂਗ ਟਰਮ ਤੱਕ ਚੱਲੇਗੀ ਜਾਂ ਇੱਕ ਵਕਤੀ ਤੌਰ ਤੇ ਸਿਰਫ ਹੋਵੇਗਾ, ਉਹਦੇ ਮੁਤਾਬਕ ਥੋੜੀ ਗਾਈਡ ਕਰ ਦਿਓ ਸਾਡੇ ਕਿਸਾਨ ਵੀਰਾਂ ਨੂੰ। ਅਗਰ ਅਸੀਂ ਜ਼ਮੀਨਾਂ ਦੀ ਪੀਐਚ ਦੀ ਗੱਲ ਕਰੀਏ ਤੇ ਜ਼ਮੀਨਾਂ ਦੀ ਪੀਐਚ ਆਪਾਂ ਯਕਦਮ ਜਿਹੜਾ ਕਿ ਡਾਊਨ ਨਹੀਂ ਕਰ ਸਕਦੇ, ਕਿਉਂਕਿ ਐਸਤਾ ਹੀ ਗਈਆਂ ਨੇ। ਮਤਲਬ ਕਿ ਸ਼ੁਰੂ 'ਚ ਆਪਾਂ ਤੇਜ਼ਾਬੀ ਜਾਂ ਅਸਾਸੀ ਖਾਦਾਂ ਇਸਤੇਮਾਲ ਕੀਤੀਆਂ ਨੇ, ਜ਼ਮੀਨਾਂ ਦੀ ਪੀਐਚ ਐਸਤਾ ਬੁਖਾਰ ਉਤਾਂ ਗਿਆ। ਅਗਰ ਆਪਾਂ ਉਹਨੂੰ ਯਕਦਮ ਚੇਂਜ ਨਹੀਂ ਕਰ ਸਕਦੇ, ਅਗਰ ਇੱਕ ਫਸਲ ਤੇ ਆਪਾਂ ਹਰ ਫਸਲ ਤੇ ਇਹ ਤੇਜ਼ਾਬੀ ਖਾਦਾਂ ਇਸਤੇਮਾਲ ਕਰਾਂਗੇ ਤੇ ਐਸਤਾ ਜਿਵੇਂ ਜ਼ਮੀਨ ਦੀ ਪੀਐਚ ਉਤਾਂ ਗਈ ਹੈ, ਉਹ ਜ਼ਮੀਨ ਦੀ ਪੀਐਚ ਡਾਊਨ ਹੋਣਾ ਸ਼ੁਰੂ ਹੋ ਜਾਏ। ਅਗਰ ਆਪਾਂ ਕਿਸੇ ਵੀ ਫਸਲ ਤੇ ਇਸਤੇਮਾਲ ਤੇਜ਼ਾਬੀ ਖਾਦਾਂ ਕਰਾਂਗੇ ਤਾਂ ਆਪਾਂ ਨੂੰ ਅਗਰ ਪੂਰੀ ਪੀਐਚ ਡਾਊਨ ਨਾ ਹੋਵੇ ਤੇ ਲੇਕਿਨ ਉਸ ਫਸਲ ਵਾਸਤੇ ਫਾਇਦਾਮੰਦ ਹੋਵੇ, ਵਕਤੀ ਤੌਰ ਤੇ ਮਤਲਬ ਉਹਨਾਂ ਨੂੰ ਫਾਇਦਾ ਬਿਲਕੁਲ ਦੇਣਗੇ। ਜੀ ਸਹੀ ਸਾਹਿਬ, ਤੁਹਾਡਾ ਵਕਤ ਦੇਣ ਵਾਸਤੇ ਬਹੁਤ ਸ਼ੁਕਰੀਆ। ਕਿਸਾਨ ਵੀਰੋ, ਉਮੀਦ ਹੈ ਕਿ ਤੁਹਾਨੂੰ ਕਿਸੇ ਹੱਦ ਤੱਕ ਪੀਐਚ ਦੇ ਬਾਰੇ ਤੇ ਉਸ ਤੋਂ ਬਾਅਦ ਜਿਹੜੀ ਖਾਦਾਂ ਇਸ ਟਾਈਮ ਆਪਣੀ ਪੁਰਾਣੀ ਡੀਏਪੀ ਰਵਾਇਤੀ ਖਾਦ ਚੱਲ ਰਹੀ ਹੈ, ਜਿਹੜੀ ਜਦੀਦ ਖਾਦਾਂ ਇਸ ਟਾਈਮ ਮਾਰਕੀਟ ਦਸਤਿਆਬ ਨੇ 1744 ਜਾਂ 1261, ਉਹਦਾ ਕਿਸੇ ਹੱਦ ਤੱਕ ਥੋੜਾ ਜਿਹਾ ਕੰਪੈਰੀਜ਼ਨ ਵੀ ਪਤਾ ਚੱਲ ਗਿਆ ਹੋਗਾ ਪੀਐਚ ਵਗੈਰਾ ਦਾ। ਬਾਕੀ ਰਹੀ ਗੱਲ ਜਿਹੜੀ ਜ਼ਮੀਨ ਦਾ ਇਹ ਮਸਲਾ ਹੈ ਨਾ, ਬੁਖਾਰ ਪੀਐਚ ਇੱਕ ਬਹੁਤ ਵੱਡਾ ਮਸਲਾ ਹੈ। ਇਹ ਵਕਤੀ ਤੌਰ ਤੇ ਅਗਰ ਤੁਸੀਂ ਕਹੋਗੇ ਨਾ ਕਿ 1-2 ਬੈਗ ਇਸਤੇਮਾਲ ਕਰਕੇ ਜਾਂ ਕਿ ਸਾਡੀ ਜ਼ਮੀਨ ਦਾ ਪੀਐਚ ਥੱਲੇ ਆ ਜਾਏਗਾ, ਇਹ ਬਿਲਕੁਲ ਗਲਤ ਗੱਲ ਹੈ। ਅਗਰ ਤੁਹਾਨੂੰ ਆ ਕੇ ਕੋਈ ਕੰਪਨੀ ਦਾ ਨੁਮਾਇੰਦਾ ਕਹਿੰਦਾ ਵੀ ਹੈ ਤਾਂ ਉਹ ਗਲਤ ਕਹਿ ਰਿਹਾ ਹੈ ਕਿ ਵਕਤੀ ਤੌਰ ਤੇ ਫੌਰਨ ਹੋ ਜਾਏਗਾ। ਇਹ ਸਿਰਫ ਇਹ ਹੈ ਕਿ ਤੁਹਾਡਾ ਜਿਹੜੀ ਫਸਲ ਲੱਗੀ ਹੋਏਗੀ ਉਹਨੂੰ ਫਾਇਦਾ ਦੇਵੇਗੀ, ਉਹਨੇ ਯਕਦਮ 8-9 ਤੋਂ ਲਿਆ ਕੇ 1-2 ਤੇ ਜਾਂ 3-4 ਤੇ ਨਹੀਂ ਛੱਡ ਦੇਣਾ ਜੀ। ਇਸ ਲਈ ਇਸ ਤਰ੍ਹਾਂ ਦੇ ਅੱਜ ਕੱਲ੍ਹ ਦੇ ਮਹਿੰਗਾਈ ਦੇ ਦੌਰ 'ਚ ਤੁਸੀਂ ਆਪਣੇ ਆਪ ਨੂੰ ਇੱਕ ਤਾਂ ਖਰਚੇ ਤੋਂ ਬਚਾਉਣਾ ਹੈ। ਇਸ ਟਾਈਮ ਡੀਏਪੀ ਵੀ ਤੁਹਾਨੂੰ ਪਤਾ ਹੈ ਬਹੁਤ ਜ਼ਿਆਦਾ ਮਹਿੰਗੀ ਹੋ ਚੁੱਕੀ ਹੈ, ਤੇ ਇਸ ਲਈ ਜਿਹੜੇ ਹੈਗੇ ਨਾ ਜਦੀਦ ਤਰੀਕੇਕਾਰ ਨੂੰ ਅਪਣਾਉਂਦੇ ਹੋਏ ਫਾਸਫੋਰਸੀ ਖਾਦਾਂ ਤਲਾਸ਼ ਕਰੋ ਤੇ ਉਹਨਾਂ ਨੂੰ ਇਸਤੇਮਾਲ ਕਰੋ। ਇਸ ਤੋਂ ਇਲਾਵਾ ਹੋਰ ਵੀ ਕਾਫੀ ਇਸ ਤਰ੍ਹਾਂ ਦੇ ਮਾਈਕਰੋ ਨਿਊਟ੍ਰੈਂਟਸ ਹੈਗੇ ਨੇ, ਜਿਵੇਂ ਸਲਫਰ ਵਗੈਰਾ ਹੋ ਗਿਆ ਜਾਂ ਹੋਰ ਚੀਜ਼ਾਂ, ਜਿਹੜਾ ਵਕਤੀ ਤੌਰ ਤੇ ਜਾਂ ਕਿਸੇ ਇੱਕ ਖਾਸ ਟਾਈਮ ਵਾਸਤੇ ਜਿਹੜਾ ਆਪਣਾ ਜ਼ਮੀਨ ਦਾ ਬੁਖਾਰ ਹੈ ਉਹਨੂੰ ਥੱਲੇ ਲਿਆ ਸਕਦੇ ਨੇ। ਅਗਰ ਅਸੀਂ ਉਹਨਾਂ ਤੇ ਗੱਲ ਕਰੀਏ ਤਾਂ ਵੀਡੀਓ ਜਿਹੜੀ ਹੈ ਨਾ ਉਹ ਬੜੀ ਲੰਮੀ ਹੋ ਜਾਵੇਗੀ, ਤੇ ਇਸ ਲਈ ਇਸ ਟੌਪਿਕ ਨੂੰ ਆਪਾਂ ਅੱਜ ਇੱਥੇ ਹੀ ਖਤਮ ਕਰਨੇ ਆ। ਅਗਰ ਇਸ ਦੇ ਮੁਤਲਕ ਤੁਸੀਂ ਤੁਹਾਡਾ ਕੋਈ ਸਵਾਲ ਹੋਵੇ ਤੇ ਤੁਸੀਂ ਸਾਡੇ ਨਾਲ ਰਾਬਤਾ ਕਰ ਸਕਦੇ ਨੇ, ਕਮੈਂਟ ਇਹਦੇ ਤੇ ਕਰ ਸਕਦੇ ਨੇ, ਜਾਂ ਤੁਸੀਂ ਸਾਨੂੰ ਕੋਈ ਤਜਵੀਜ਼ ਦੇਣਾ ਚਾਹੋ ਤੇ ਉਹ ਵੀ ਇਹਦੇ ਤੇ ਐਡ ਕਰ ਸਕਦੇ ਨੇ। ਇਨਸ਼ਾਅੱਲਾ ਉਮੀਦ ਹੈ ਕਿ ਇਹ ਵੀਡੀਓ ਤੁਹਾਡੇ ਵਾਸਤੇ ਮਦਦਗਾਰ ਸਾਬਤ ਹੋਵੇਗੀ, ਤੇ ਇਨਸ਼ਾਅੱਲਾ ਮਿਲਨੇ ਆ ਕਿਸੇ ਹੋਰ ਵੀਡੀਓ ਤੇ ਕਿਸੇ ਹੋਰ ਟੌਪਿਕ ਤੇ। ਤਬ तक के लिए अल्लाह हाफिज़।